ਅਸਾਂ ਰੱਬ ਲਈ ਘਰ ਬਣਾ ਦਿੱਤਾ, ਕਣ ਕਣ ਵਿੱਚ ਵਸਦੇ ਰਸਦੇ ਨੂੰ ਜਾਂ ਮੰਦਰਾਂ ਵਿੱਚ ਸਜਾ ਦਿੱਤਾ, ਬ੍ਰਾਹਮਣ ਖੱਤਰੀ ਵੈਸ਼ ਤੇ ਸ਼ੂਦਰ ਬਣਾ ਦਿੱਤਾ। ਦਰਸ਼ਕੋ ਤੁਹਾਨੂੰ ਮੈਂ ਇੱਕ ਖਾਸ ਗੱਲ ਦੱਸ ਦਿਆਂ, ਅੱਜ ਦੁਨੀਆ ਦਾ ਉਹ ਸ਼ਖਸ ਆਪਣੇ ਨਾਲ ਆ ਜਿਹੜੇ ਕਹਿ ਸਕਦੇ ਆ ਕਿ 5 ਮਿੰਟਾਂ ਦੇ ਵਿੱਚ ਸਾਰੇ ਭਾਰਤ ਦਾ ਇਤਿਹਾਸ ਸੁਣਾ ਦਿੰਦੇ ਆ। ਸਾਡੇ ਨਾਲ ਤੇਜਿੰਦਰ ਚੋਪੜਾ ਜੀ ਨੇ। ਸਰ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਚੜ੍ਹਦੀ ਕਲਾ ਜੀ। ਬਹੁਤ ਬਹੁਤ ਮਿਹਰਬਾਨੀ ਜੀ ਤੁਹਾਡੀ, ਤੁਹਾਨੂੰ ਅਸੀਂ ਫੋਲੋ ਕਰਦੇ ਹਾਂ, ਤੁਹਾਨੂੰ ਦੇਖਦੇ ਹਾਂ। ਮਿਹਰਬਾਨੀ ਸਰ। ਗੱਲ ਇਉਂ ਆ ਵੀ 5 ਮਿੰਟਾਂ 'ਚ ਸਾਰੇ ਭਾਰਤ ਦਾ ਇਤਿਹਾਸ ਸੁਣਾ ਦੇਣਾ, ਜਿਉਂ ਸਿੰਧੂ ਘਾਟੀ ਹੜੱਪਾ ਤੋਂ ਲੈ ਕੇ ਕੀ 47 ਤੱਕ ਦਾ। ਕਿਉਂ ਸਰ ਇਦਾਂ ਹੀ ਆ ਗੱਲ? ਬਿਲਕੁਲ ਬਿਲਕੁਲ। ਤੇ ਮੈਂ ਦੱਸਦਾ ਇਸ ਵਕਤ ਅਸੀਂ ਖੜੇ ਵੀ ਰੋਪੜ ਦੇ ਵਿੱਚ ਆ, ਸਤਲੁਜ ਦਰਿਆ ਦੇ ਕਿਨਾਰੇ। ਇਤਿਹਾਸਕ ਦਰਿਆ ਵਾ ਤੇ ਇਤਿਹਾਸਕੀ ਧਰਤੀ ਆ। ਤੇ ਸਰ ਫਿਰ ਸਮਾਂ ਨਾ ਆਪਾਂ ਦਰਸ਼ਕਾਂ ਦਾ ਲਈਏ ਤੇ ਸੁਣਾ ਦਿਓ ਫਿਰ। ਸਾਡੀ ਤਾਂ ਨਾ 2 ਵਾਰੀ ਸੁਣ ਲਈ ਵੀਡੀਓ ਬਣਾਉਣ ਤੋਂ ਪਹਿਲਾਂ ਕਵਿਤਾ। ਸਰ ਸੁਣਾਓਗੇ? ਸਿੱਧਾ ਹੀ ਸਟਾਰਟ ਕਰਦੇ ਹਾਂ ਜੀ ਅਸੀਂ। ਹਾਂਜੀ ਸਿੱਧਾ ਹੀ, ਫਿਰ ਆਪਾਂ ਗੱਲਾਂ ਕਰਾਂਗੇ। ਆ ਜਾਓ ਬਹਿ ਜਾਓ ਮੇਰੇ ਕੋਲ, ਇਤਿਹਾਸ ਦੇ ਪੰਨੇ ਰਿਹਾ ਫਰੋਲ। ਦੇਸ਼ ਦਾ ਇਤਿਹਾਸ ਸੁਣਾਵਾਂਗਾ, ਤੁਹਾਡੇ ਕੰਨੀ ਪਾਵਾਂਗਾ, ਤਰਤੀਬ ਵਿੱਚ ਸੁਣਾਵਾਂਗਾ ਜੀ। ਸਿੰਧ ਘਾਟੀ ਦੀ ਸਭਿਅਤਾ ਨਿਰਾਲੀ ਸੀ, ਚਾਰੇ ਪਾਸੇ ਹਰਿਆਲੀ ਸੀ। ਉਦੋਂ ਵੱਡੇ ਵੱਡੇ ਗੋਦਾਮ ਸਨ, ਇਸ਼ਨਾਨ ਲਈ ਹਮਾਮ ਸਨ, ਸ਼ਹਿਰ ਨਦੀਆਂ ਦੇ ਕੰਢੇ ਵਸਦੇ ਸਨ, ਇਹੋ ਵਿਦਵਾਨ ਦੱਸਦੇ ਹਨ। ਜਦੋਂ ਵੈਦਿਕ ਸਭਿਅਤਾ ਆਈ ਸੀ ਤਾਂ ਚੰਗੀ ਬੜੀ ਲੁਕਾਈ ਸੀ, ਨਾ ਮੰਦਰ ਨਾ ਪੁਜਾਰੀ ਸੀ, ਨਾ ਧਰਮ ਦੇ ਨਾ ਖੁਆਰੀ ਸੀ, ਔਰਤ ਦਾ ਰੁਤਬਾ ਉੱਚਾ ਸੀ, ਸਭ ਕੁਝ ਸੱਚਾ ਸੁੱਚਾ ਸੀ। ਹਰ ਗੱਲ ਦੇ ਵਿੱਚ ਇੱਕ ਤਰਕ ਸੀ, ਨਾ ਜਾਤ ਪਾਤ ਦਾ ਫਰਕ ਸੀ, ਛੋਟੇ ਮੋਟੇ ਧੰਦੇ ਸਨ ਪਰ ਸੱਚੇ ਸੁੱਚੇ ਬੰਦੇ ਸਨ। ਇਤਿਹਾਸ ਦਾ ਪੰਨਾ ਪਰਤ ਗਿਆ, ਫਿਰ ਭਾਣਾ ਐਸਾ ਵਰਤ ਗਿਆ। ਅਸਾਂ ਰੱਬ ਲਈ ਘਰ ਬਣਾ ਦਿੱਤਾ, ਕਣ ਕਣ ਵਿੱਚ ਵਸਦੇ ਰਸਦੇ ਨੂੰ ਜਾਂ ਮੰਦਰਾਂ ਵਿੱਚ ਸਜਾ ਦਿੱਤਾ, ਬ੍ਰਾਹਮਣ ਖੱਤਰੀ ਵੈਸ਼ ਤੇ ਸ਼ੂਦਰ ਬਣਾ ਦਿੱਤਾ। ਇੱਕ ਨਵੀਂ ਤੰਦ ਪਰੋ ਕੇ ਔਰਤ ਦੇ ਹੱਕ ਨੂੰ ਖੋ ਕੇ ਉਸ ਨੂੰ ਰੱਖਿਆ ਪਰਦੇ ਵਿੱਚ, ਚਾਰ ਦੀਵਾਰੀ ਅਤੇ ਘਰ ਦੇ ਵਿੱਚ। ਪਖੰਡ ਹੋਇਆ ਬਲਵਾਨ ਫਿਰ, ਜਦੋਂ ਬੰਦਾ ਬਣਿਆ ਭਗਵਾਨ ਫਿਰ। ਗਿਆਨ ਮਹਾਵੀਰ ਨੇ ਵੰਡਿਆ ਸੀ, ਸਭ ਉਲਟਾ ਪੁਲਟਾ ਭੰਡਿਆ ਸੀ। ਬੁੱਧ ਨੇ ਗਿਆ ਦੀ ਧਰਤ ਉੱਤੇ, ਜੋ ਮਿੱਟੀ ਜੰਮੀ ਪਰਤ ਉੱਤੇ, ਉਸ ਨੂੰ ਸਾਫ਼ ਕਰ ਦਿੱਤਾ, ਇੱਕ ਨਵਾਂ ਫਲਸਫਾ ਭਰ ਦਿੱਤਾ ਜੀ। ਲੈ ਕੇ ਬੁੱਧ ਦਾ ਪ੍ਰਵਾਨ, ਰਾਜਾ ਅਸ਼ੋਕ ਬਣਿਆ ਮਹਾਨ। ਸਿਕੰਦਰ ਭਾਰਤ ਆਇਆ ਸੀ, ਆਪੋਰਸ ਨੂੰ ਹਰਾਇਆ ਸੀ, 6 ਗਜ਼ ਦੀ ਭੂਮੀ ਦੇ ਬਦਲੇ ਉਹਨੇ ਕੁੱਲ ਜਹਾਨ ਗਾਇਆ ਸੀ ਜੀ। ਨਾਗ ਅਰਜੁਨ ਚਰਕ ਤੇ ਅਸ਼ਵ ਘੋਸ਼, ਰਾਜਾ ਕਨਿਸ਼ਕ ਦੇ ਵਿਦਵਾਨ ਸਨ ਤੇ ਬੋਧੀ ਬੜੇ ਮਹਾਨ ਸਨ। ਗੁਪਤਾਂ ਦਾ ਸਮਾਂ ਨਿਰਾਲਾ ਜੀ, ਮੈਂ ਦਿੰਦਾ ਪਿਆ ਹਵਾਲਾ ਜੀ। ਕਾਲੀਦਾਸ ਅਤੇ ਆਰਿਆ ਭੱਟ ਜਿਹੇ ਵਿਦਵਾਨਾਂ ਦਾ ਬੋਲ ਬਾਲਾ ਸੀ। ਵਾਹ। ਉਦੋਂ ਦਸ਼ਮਲਵ ਪ੍ਰਣਾਲੀ ਆਈ ਸੀ, ਜ਼ੀਰੋ ਆ ਗਈ। ਦਸ਼ਮਲਵ ਪ੍ਰਣਾਲੀ ਆਈ ਸੀ, ਗਣਿਤ ਦੀ ਨਵੀਂ ਵਿਧ ਸਿਖਾਈ ਸੀ। ਹਰਸ਼ਵਰਧਨ ਖੁਦ ਗਿਆਨੀ ਸੀ, ਉਹਨੂੰ ਯਾਦ ਗ੍ਰੰਥ ਜ਼ੁਬਾਨੀ ਸੀ। ਬਾਣ ਭੱਟ ਇੱਕ ਲਖਾਰੀ ਸੀ, ਉਹਦੀ ਹਰ ਲਿਖਤ ਪਿਆਰੀ ਸੀ। ਵਾਹ। ਹਿਊਨ ਸਾਂਗ ਭਾਰਤ ਆਇਆ ਸੀ, ਉਹ ਮੱਠਾਂ ਦੇ ਵਿੱਚ ਰਹਿੰਦਾ ਸੀ, ਉੱਥੇ ਹੀ ਲਿਖਦਾ ਰਹਿੰਦਾ ਸੀ, ਭਾਰਤ ਦੀ ਗਾਥਾ ਗਾਉਂਦਾ ਸੀ ਤੇ ਚੀਨ ਜਾ ਕੇ ਸੁਣਾਉਂਦਾ ਸੀ। ਇਤਿਹਾਸ ਦਾ ਪੰਨਾ ਪਰਤ ਗਿਆ, ਫਿਰ ਭਾਣਾ ਐਸਾ ਵਰਤ ਗਿਆ। ਵਾਹ। ਇੱਕ ਬਾਤ ਮੈਂ ਕੌੜੀ ਪਾਣ ਲੱਗਾ, ਜ਼ਰਾ ਗੌਰ ਨਾਲ ਸੁਣੋ ਸੁਣਾਉਣ ਲੱਗਾ। ਰਾਜਪੂਤ ਆਪਸ ਵਿੱਚ ਲੜਨ ਲੱਗੇ, ਤਾਈਂ ਉਹ ਤਖਤ ਉਹਨਾਂ ਦੇ ਚੜਨ ਲੱਗੇ। ਗਜ਼ਨੀ ਨੇ ਹਮਲੇ ਸ਼ੁਰੂ ਕੀਤੇ, ਰਾਜਪੂਤਾਂ ਦੇ ਫਿਰ ਦਿਨ ਬੀਤੇ। 17 ਵਾਰ ਭਾਰਤ ਨੂੰ ਲੁੱਟਿਆ ਸੀ, ਹਰ ਇੱਟ ਨੂੰ ਉਸਨੇ ਪੁੱਟਿਆ ਸੀ, ਸੋਮਨਾਥ ਦਾ ਮੰਦਿਰ ਲੁੱਟਿਆ ਸੀ। ਫਿਰ ਯੁੱਧ ਹੋਇਆ ਤਰਾਇਣ ਦਾ, ਪ੍ਰਿਥਵੀ ਰਾਜ ਧੋਖੇ ਨਾਲ ਹਾਰ ਗਿਆ ਤੇ ਗੌਰੀ ਬਾਜ਼ੀ ਮਾਰ ਗਿਆ। ਇਤਿਹਾਸ ਦਾ ਪੰਨਾ ਪਰਤ ਗਿਆ, ਫਿਰ ਭਾਣਾ ਐਸਾ ਵਰਤ ਗਿਆ ਜੀ। ਦਿੱਲੀ ਸਲਤਨਤ ਦੇ ਵੰਸ਼ 4 ਹੋਏ, ਗੁਲਾਮ ਖਲਜੀ ਤੁਗਲਕ ਲੋਧੀ ਵਾਰੋ ਵਾਰ ਹੋਏ। ਜੋ ਦਿੱਲੀ ਦੇ ਤਖਤ ਤੇ ਬੈਠੀ ਸੀ, ਰਜ਼ੀਆ ਪਹਿਲੀ ਸੁਲਤਾਨਾ ਹੋਈ ਸੀ ਤੇ ਬਣ ਕੇ ਥੰਮ ਖਲੋਈ ਸੀ। ਇੱਥੇ ਪਦਮਾਵਤੀ ਦਾ ਜ਼ਿਕਰ ਵੀ ਜ਼ਰੂਰੀ ਜੀ, ਜਿਸ ਨੇ ਨਾ ਮੰਨੀ ਹਜ਼ੂਰੀ। ਅਲਾਉਦੀਨ ਨਾ ਉਸ ਨੂੰ ਪਾ ਸਕਿਆ, ਕਰ ਹਮਲੇ ਸੀ ਥੱਕਿਆ। ਕੁੱਲ ਭਾਰਤ ਗਾਥਾ ਸੁਣਾਉਂਦਾ ਏ, ਪਦਮਨੀ ਦੇ ਸੋਲੇ ਗਾਉਂਦਾ ਏ। ਇਤਿਹਾਸ ਦਾ ਪੰਨਾ ਪਰਤ ਗਿਆ, ਫਿਰ ਭਾਣਾ ਐਸਾ ਵਰਤ ਗਿਆ ਜੀ। ਪਾਣੀਪਤ ਦੇ ਪਹਿਲੇ ਯੁੱਧ ਵਿੱਚ ਜੀ ਬਾਬਰ ਲੋਧੀਆਂ ਨੂੰ ਹਰਾਇਆ ਸੀ, ਮੁਗਲਾਂ ਦਾ ਤਖਤ ਸਜਾਇਆ ਸੀ। ਨਾਨਕ ਨੇ ਯੁੱਗ ਪਲਟਾਇਆ ਸੀ, ਜੱਗ ਸਿੱਧੇ ਰਸਤੇ ਪਾਇਆ ਸੀ। ਇੱਕ ਗੱਲ ਕਰਦੀ ਹੈਰਾਨ ਸੀ, ਅਕਬਰ ਨਾ ਕੋਈ ਵਿਦਵਾਨ ਸੀ, ਕਹਿਲਾਇਆ ਬੜਾ ਮਹਾਨ ਸੀ, ਬਣਿਆ ਭਾਰਤ ਦੀ ਸ਼ਾਨ ਸੀ ਜੀ। ਸਲੀਮ ਉਸੇ ਦੇ ਪੁੱਤਰ ਦਾ ਨਾਮ ਸੀ, ਕੱਟੜਤਾ ਦਾ ਪੀਤਾ ਉਸਨੇ ਜਾਮ ਸੀ। ਗੁਰੂ ਅਰਜਨ ਉਦੋਂ ਸ਼ਹੀਦ ਹੋਏ, ਲੋਕ ਉਹਨਾਂ ਦੇ ਮੁਰੀਦ ਹੋਏ। ਸਹੀ ਹੈ। ਸ਼ਾਹਜਹਾਂ ਨੇ ਮੁਹੱਬਤ ਨੂੰ ਖੂਬ ਸਜਾਇਆ ਜੀ। ਸ਼ਾਹਜਹਾਂ ਨੇ ਮੁਹੱਬਤ ਨੂੰ ਖੂਬ ਸਜਾਇਆ, ਸੰਗਮਰਮਰ ਦਾ ਤਾਜ ਬਣਾਇਆ। ਜਾਮਾ ਮਸਜਿਦ ਲਾਲ ਕਿਲਾ ਦਿੱਲੀ ਵਿੱਚ ਬਣਵਾਏ ਸਨ, ਇੱਟਾਂ ਪੱਥਰ ਜੋੜ ਕੇ ਭਵਨ ਬੜੇ ਸਜਾਏ ਸਨ ਜੀ। ਕਮਾਲ। ਇੱਟਾਂ ਪੱਥਰ ਜੋੜ ਕੇ ਭਵਨ ਬੜੇ ਸਜਾਏ ਸਨ। ਔਰੰਗਜ਼ੇਬ ਬੜਾ ਹੀ ਕੱਟੜ ਸੀ, ਹਰ ਹਿੰਦੂ ਉਦੋਂ ਫੱਟੜ ਸੀ। ਸਵਾ ਮਣ ਜਨੇਊ ਲਾਂਦਾ ਸੀ, ਫਿਰ ਉਹ ਰੋਟੀ ਖਾਂਦਾ ਸੀ। ਸਹੀ ਆ। ਗੁਰੂ ਤੇਗ ਬਹਾਦਰ ਨੇ ਵੰਗਾਰਿਆ,
ਇੱਕ ਨਵਾਂ ਇਤਿਹਾਸ ਸ਼ਿੰਗਾਰਿਆ। ਜੀ ਗੋਬਿੰਦ ਰਾਏ ਨੇ ਪਿਤਾ ਨੂੰ ਰਾਏ ਦਿੱਤੀ, ਕੁਲ ਹਿੰਦ ਨੂੰ ਤੁਸਾਂ ਬਚਾਓ ਜੀ, ਇਸ ਜ਼ਾਲਮ ਨੂੰ ਭਜਾਓ ਜੀ। ਗੁਰੂ ਗੋਬਿੰਦ ਸਿੰਘ ਨੇ ਫੌਜ ਸਾਜ ਦਿੱਤੀ, ਮੁਗਲਾਂ ਨੂੰ ਫਿਰ ਭਾਂਜ ਦਿੱਤੀ। ਸ਼ਿਵਾ ਜੀ ਮਰਹੱਟੇ ਸਨ, ਮੁਗਲਾਂ ਦੇ ਦੰਦ ਕੀਤੇ ਖੱਟੇ ਸਨ। ਇਤਿਹਾਸ ਦਾ ਪੰਨਾ ਪਰਤ ਗਿਆ, ਫਿਰ ਭਾਣਾ ਐਸਾ ਵਰਤ ਗਿਆ। ਕਮਾਲ। ਇਤਿਹਾਸ ਦਾ ਪੰਨਾ ਪਰਤ ਗਿਆ, ਫਿਰ ਭਾਣਾ ਐਸਾ ਵਰਤ ਗਿਆ। ਅੰਤਿਮ ਬਾਦਸ਼ਾਹ ਬਹਾਦਰ ਸ਼ਾਹ ਜ਼ਫਰ ਹੋਇਆ। ਅੰਤਿਮ ਬਾਦਸ਼ਾਹ ਬਹਾਦਰ ਸ਼ਾਹ ਜ਼ਫਰ ਹੋਇਆ। ਅੰਗਰੇਜ਼ ਕੌਮ ਦਾ ਸ਼ੁਰੂ ਫਿਰ ਸਫ਼ਰ ਹੋਇਆ ਜੀ। ਲਾਰਡ ਕਲਾਈਵ ਪਿਤਾਮਾ ਸੀ ਫਰੰਗੀ ਸ਼ਾਸਨ ਦਾ, ਪਲਾਸੀ ਬਕਸਰ ਜਿੱਤ ਕੇ ਯੁੱਗ ਸ਼ੁਰੂ ਕੀਤਾ ਕੁਸ਼ਾਸਨ ਦਾ। ਢਾਕੇ ਦੀ ਮਲਮਲ ਫੱਬਦੀ ਸੀ ਜੋ ਮੁੰਦਰੀ ਵਿੱਚੋਂ ਲੰਘਦੀ ਸੀ, ਜੋ ਮੁੰਦਰੀ ਵਿੱਚੋਂ ਲੰਘਦੀ ਸੀ। ਢਾਕੇ ਦੀ ਮਲਮਲ ਫੱਬਦੀ ਸੀ ਜੋ ਮੁੰਦਰੀ ਵਿੱਚੋਂ ਲੰਘਦੀ ਸੀ। ਲਖਨਊ ਅਤੇ ਬਨਾਰਸ ਦੀ ਬੜੀ ਹੀ ਉੱਚੀ ਸ਼ਾਨ ਸੀ, ਉੱਥੇ ਰਹਿੰਦੇ ਨਵਾਬ ਮਹਾਨ ਸੀ। ਰੱਖਦੇ ਮੂੰਹ ਦੇ ਵਿੱਚੋਂ ਪਾਨ ਸੀ, ਕਰਦੇ ਬੜਾ ਸਨਮਾਨ ਸੀ। ਜਦੋਂ ਘਰ ਆਉਂਦੇ ਮਹਿਮਾਨ ਸੀ, ਇਬਾਦਤ ਤੇ ਇੱਜ਼ਤ ਇੱਕੋ ਜਿਹੀ, ਚਾਹੇ ਗੀਤਾ ਤੇ ਕੁਰਾਨ ਸੀ। ਜ਼ੁਬਾਨ ਪਾਕ ਪਵਿੱਤਰ ਹੁੰਦੀ ਸੀ, ਦਿਲ ਵਿੱਚ ਅੱਲਾ ਤੇ ਭਗਵਾਨ ਸੀ। ਕਮਾਲ ਕਮਾਲ ਕਮਾਲ। ਜਦੋਂ ਅੰਗਰੇਜ਼ੀ ਸ਼ਾਸਨ ਆ ਗਿਆ, ਸਭ ਪਾਸੇ ਹਨੇਰਾ ਛਾ ਗਿਆ। ਕਾਰੀਗਰ ਕੀਤੇ ਬੇਕਾਰ, ਐਸਾ ਚਲਾਇਆ ਕਾਰੋਬਾਰ, ਕਰਕੇ ਕੱਚਾ ਮਾਲ ਤਿਆਰ, ਧਨ ਕੀਤਾ ਭਾਰਤ ਤੋਂ ਪਾਰ। ਜੀ ਐਸਾ ਚਲਾਇਆ ਕਾਰੋਬਾਰ, ਕਰਕੇ ਕੱਚਾ ਮਾਲ ਤਿਆਰ, ਧਨ ਕੀਤਾ ਭਾਰਤ ਤੋਂ ਪਾਰ। ਜਦੋਂ ਅੱਤ ਹੋਈ ਬਰਬਾਦੀ ਦੀ, ਜਦੋਂ ਅੱਤ ਹੋਈ ਬਰਬਾਦੀ ਦੀ, ਜੰਗ ਸ਼ੁਰੂ ਹੋਈ ਆਜ਼ਾਦੀ ਦੀ। ਮੰਗਲ ਪਾਂਡੇ ਨੇ ਕੀਤਾ ਖੂਬ ਵਿਰੋਧ, ਫਰੰਗੀਆਂ ਨੂੰ ਫਿਰ ਦਿੱਤਾ ਸੋਧ। ਉਹ ਝਾਂਸੀ ਵਾਲੀ ਰਾਣੀ ਸੀ ਜਿਹਦੀ ਅਮਰ ਬਣੀ ਕਹਾਣੀ ਸੀ। ਯੁੱਧ ਵਿੱਚ ਸ਼ਹਾਦਤ ਪਾਈ ਸੀ, ਉਸਨੇ ਤਲਵਾਰ ਕਮਾਈ ਸੀ। ਜੀ ਕਮਾਲ। ਯੁੱਧ ਵਿੱਚ ਸ਼ਹਾਦਤ ਪਾਈ ਸੀ, ਉਸਨੇ ਤਲਵਾਰ ਕਮਾਈ ਸੀ। ਭਗਤ ਸਿੰਘ ਅਤੇ ਸਰਾਬੇ ਨੂੰ ਸਹਿ ਨਾ ਸਕੇ ਊਧਮ ਦੇ ਦਾਬੇ ਨੂੰ। ਐਸਾ ਉਸਨੇ ਫਾਇਰ ਮਾਰਿਆ, ਲੰਡਨ ਜਾ ਕੇ ਡਾਇਰ ਮਾਰਿਆ। ਉਹ ਲੰਡਨ ਜਾ ਕੇ ਡਾਇਰ ਮਾਰਿਆ। ਐਸਾ ਉਸਨੇ ਫਾਇਰ ਮਾਰਿਆ, ਲੰਡਨ ਜਾ ਕੇ ਡਾਇਰ ਮਾਰਿਆ। ਉਹ ਆਜ਼ਾਦੀ ਦੇ ਪਰਵਾਨੇ ਸਨ, ਲੋਕ ਉਹਨਾਂ ਦੇ دیਵਾਨੇ ਸਨ। ਸਲੂਟ। ਉਹ ਆਜ਼ਾਦੀ ਦੇ ਪਰਵਾਨੇ ਸਨ, ਲੋਕ ਉਹਨਾਂ ਦੇ دیਵਾਨੇ ਸਨ। ਮਹਾਤਮਾ ਬੜਾ ਕਹਿਲਾਇਆ ਸੀ, ਜਿਸ ਅਮਨ ਦਾ ਚਰਖਾ ਚਲਾਇਆ ਸੀ। ਇਤਿਹਾਸ ਦਾ ਪੰਨਾ ਪਰਤ ਗਿਆ, ਫਿਰ ਭਾਣਾ ਐਸਾ ਵਰਤ ਗਿਆ। ਜੀ ਇਤਿਹਾਸ ਦਾ ਪੰਨਾ ਪਰਤ ਗਿਆ, ਫਿਰ ਭਾਣਾ ਐਸਾ ਵਰਤ ਗਿਆ। ਸਭ ਪਾਸੇ ਮਾਰੋ ਮਾਰ ਹੋਈ, ਲੁੱਟ ਖਸੁੱਟ ਬੇਸ਼ੁਮਾਰ ਹੋਈ। ਸਭ ਪਾਸੇ ਮਾਰੋ ਮਾਰ ਹੋਈ, ਲੁੱਟ ਖਸੁੱਟ ਬੇਸ਼ੁਮਾਰ ਹੋਈ। ਨਫ਼ਰਤ ਦੀ ਹਨੇਰੀ ਚੱਲ ਪਈ, ਨਾ ਜਲਦੀ ਜਲਦੀ ਠੱਲ ਪਈ। ਇਹ ਸਮਾਂ ਸੀ ਕਤਲੋ ਗਾਰਤ ਦਾ, ਵੰਡ ਪਾਕਿਸਤਾਨ ਤੇ ਭਾਰਤ ਦਾ। ਬਹੁਤ। ਇਹ ਸਮਾਂ ਸੀ ਕਤਲੋ ਗਾਰਤ ਦਾ, ਵੰਡ ਪਾਕਿਸਤਾਨ ਤੇ ਭਾਰਤ ਦਾ। ਫਿਰ ਝੰਡਾ ਆਪਣਾ ਤਿਰੰਗਾ ਏ, ਹੁਣ ਝੰਡਾ ਆਪਣਾ ਤਿਰੰਗਾ ਏ, ਹੁਣ ਝੰਡਾ ਆਪਣਾ ਤਿਰੰਗਾ ਏ। ਪਰ ਹਰ ਨੇਤਾ ਬਦਰੰਗਾ ਏ, ਹਰ ਨੇਤਾ ਬਦਰੰਗਾ ਏ, ਪਰ ਹਰ ਨੇਤਾ ਬਦਰੰਗਾ ਏ, ਪਰ ਹਰ ਨੇਤਾ ਬਦਰੰਗਾ ਏ। ਜੀ ਕਮਾਲ। ਇਹ ਛੋਟੀ ਜੀ ਕੋਸ਼ਿਸ਼ ਕੀਤੀ ਹੈ ਜੀ। ਮੈਂ ਸਲੂਟ ਕਰਦਾ ਸਰ ਤੁਹਾਡੀ ਕਲਮ ਨੂੰ। ਦਰਸ਼ਕੋ ਕਮਾਲ ਕਰਤੀ ਯਾਰ। ਦੇਖੋ ਮੁਹੰਮਦ ਗੌਰੀ 17 ਹਮਲੇ, ਕਨਿਸ਼ਕ ਹਿਊਨ ਸੰਗ ਚੀਨ ਵਾਲਾ, ਕਿੱਧਰੋਂ ਲਿਆ ਕੇ ਸ਼ਾਹਜਹਾਂ ਬਾਬਰ ਤਰਾਇਣ ਕਰਨਾਲ ਦੇ ਕੋਲੇ ਪੈਂਦਾ, ਤਰਿਉੜੀ ਕਹਿੰਦੇ ਆ ਉਹਨੂੰ। ਉੱਥੋਂ ਸ਼ੁਰੂ ਕਰਕੇ ਯਾਰ ਕਿੱਧਰ ਦੀ ਕਰਕੇ ਮਰਾਠਾ ਸ਼ਿਵਾਜੀ, ਦੱਖਣੀ ਭਾਰਤ ਦੇ ਸੂਰਮੇ। ਉਸ ਤੋਂ ਬਾਅਦ ਗੱਲ ਕਰੀਏ ਕਰਤਾਰ ਸਿੰਘ ਸਰਾਭੇ, ਲਾਲ ਰਾਣੀ ਲక్ష్ਮੀ ਬਾਈ, ਭਗਤ ਸਿੰਘ ਜੀ। ਸਰ ਸਲੂਟ ਹੈ ਜੀ। ਲਫ਼ਜ਼ ਮੁੱਕ ਜਾਂਦੇ ਨੇ ਜਿਹਨੂੰ ਕਹਿੰਦੇ ਆ ਵੀ ਇੱਕ ਤਾਂ ਹੁੰਦਾ ਨਾ ਕਵੀ ਸੰਮੇਲਨਾਂ 'ਚ ਵਾਹ ਕਰਨ ਵਾਲੇ। ਬਹੁਤ ਸ਼ੁਕਰੀਆ। ਕਿਉਂਕਿ ਉੱਥੇ ਕਈ ਵਾਰੀ ਝੂਠੀ ਵਾਹ ਵੀ ਹੋ ਜਾਂਦੀ ਆ ਥੋੜੇ, ਕਿਉਂਕਿ ਇਹਦੇ ਵਾਸਤੇ ਇੱਕ ਨਹੀਂ ਦੋ ਨਹੀਂ ਪੰਜ ਸੈਂਕੜੇ ਕਿਤਾਬਾਂ ਵੀ ਪੜ੍ਹਨੀਆਂ ਪਈਆਂ ਹੋਣਗੀਆਂ ਰਚਨਾ ਕਰਨ ਤੱਕ। ਤੁਸੀਂ ਇਤਿਹਾਸ ਨੂੰ ਸੰਬੰਧ ਰੱਖਦੇ ਹੋ ਸਰ, ਕਾਫੀ ਤੁਹਾਡੀਆਂ ਸੇਵਾਵਾਂ ਨੇ ਤੇ ਕਮਾਲ ਸਰ। ਮੈਂ ਇੱਥੇ ਇੱਕ ਗੱਲ ਦੱਸਣੀ ਚਾਹਾਂਗਾ ਕਿ ਇਹ ਤਰਤੀਬ ਦੇ ਵਿੱਚ ਲਿਖਣ ਦੀ ਕੋਸ਼ਿਸ਼ ਕੀਤੀ ਹੈ। ਮੇਰਾ ਮੰਨਣਾ ਕਿ ਇਤਿਹਾਸ ਦੇ ਨਾਲ ਇੱਕ ਬੜੀ ਵੱਡੀ ਜਿਹੜੀ ਤਰਾਸਦੀ ਹੈ ਸਾਡੇ ਪੰਜਾਬ ਦੇ ਵਿੱਚ, ਖਾਸ ਤੌਰ ਤੇ ਵੈਸੇ ਪੂਰੇ ਭਾਰਤ ਦੇ ਵਿੱਚ ਜੀ, ਕੀ ਹੋ ਰਿਹਾ ਕਿ ਇਹ ਇਤਿਹਾਸ ਨੂੰ ਤਰਤੀਬ ਦੇ ਵਿੱਚ ਨਹੀਂ ਪਤਾ ਬੱਚਿਆਂ ਨੂੰ। ਜੀ ਕਈ ਵਾਰੀ ਸਾਡੇ ਨਾਲ ਵੀ ਹੋਇਆ, ਨਹੀਂ ਪਤਾ ਹੁੰਦਾ ਸੀ ਅਸ਼ੋਕ ਕਦੋਂ ਹੋਇਆ, ਸਮੁੰਦਰਗੁਪਤ ਕਦੋਂ ਹੋਇਆ। ਅਸ਼ੋਕ ਤੇ ਸਮੁੰਦਰਗੁਪਤ ਦੇ ਸਮੇਂ 'ਚ ਕਿੰਨਾ ਡਿਫਰੈਂਸ ਹੈ। ਚਾਣਕਿਆ ਕਿਸ ਪੀਰੀਅਡ ਦਾ ਬੰਦਾ ਹੈ, ਫਿਰਦੌਸੀ ਕਦੋਂ ਹੋਇਆ, ਮਾਰਕੋ ਪੋਲੋ ਇੰਡੀਆ 'ਚ ਕਦੋਂ ਆਇਆ, ਵਾਸਕੋ ਡੇ ਗਾਮਾ ਇੰਡੀਆ 'ਚ ਕਦੋਂ ਹੋਇਆ, ਹਿਊਨ ਸੰਗ ਕਦੋਂ ਆਇਆ, ਫਾਹੀਆਨ ਕਦੋਂ ਆਇਆ, ਕੋਲੰਬਸ ਕਦੋਂ ਆਇਆ, ਠੀਕ ਹੈ, ਇਬਨ ਬਤੂਤਾ ਕਦੋਂ ਆਇਆ। ਟਰੈਵਲਰਸ ਹੈ ਜਿਵੇਂ ਇੱਕ ਐਗਜ਼ਾਮਪਲ ਦੇ ਰਹੇ ਹਾਂ। ਮੁਗਲ ਕਾਲ ਦੇ ਵਿੱਚ ਅਗਲੇ ਪਿਛਲੇ ਸ਼ਾਸਕ ਪਦ ਸੀਕੁਐਂਸ ਨਹੀਂ ਪਤਾ ਚੱਲਦੀ। ਉਹਦੇ ਕਰਕੇ ਸਟੂਡੈਂਟ ਜਿਹੜੇ ਆ ਬੜੇ ਕਨਫਿਊਜ਼ਡ ਰਹਿੰਦੇ ਆ ਜੀ। 6th ਕਲਾਸ ਵਿੱਚ ਬੱਚਾ ਪੜ੍ਹ ਰਿਹਾ ਹੈ ਸਿੰਧੂ ਘਾਟੀ ਦੀ ਸਭਿਅਤਾ, 7th ਵਿੱਚ ਇਮੀਡੀਏਟਲੀ ਮਹਾਰਾਜਾ ਰਣਜੀਤ ਸਿੰਘ ਪੜ੍ਹ ਰਿਹਾ, 8th ਦੇ ਵਿੱਚ ਜਾ ਕੇ ਪੜ੍ਹ ਰਿਹਾ ਅਲਾਉਦੀਨ ਖਿਲਜੀ, 9th ਵਿੱਚ ਈਜਿਪਟ ਦਾ ਇਤਿਹਾਸ ਪੜ੍ਹ ਰਿਹਾ, +2 'ਚ ਜਾ ਕੇ ਸਿੱਖ ਇਤਿਹਾਸ ਪੜ੍ਹ ਰਿਹਾ।
BA 'ਚ ਜਾ ਕੇ ਫਿਰ ਇੰਡਸ ਵੈਲੀ ਸਿਵਲਾਈਜੇਸ਼ਨ ਪੜ੍ਹ ਰਿਹਾ, ਕੋਈ ਸੀਕੁਐਂਸ ਪੜ੍ਹਾਉਣ ਦਾ ਮੌਕਾ ਪੜ੍ਹਾਉਣ ਦਾ ਮਿਲਿਆ ਨਹੀਂ। ਟੁੱਟਵਾਂ ਪੜ੍ਹ ਹੋ ਰਿਹਾ। ਮੈਂ ਖੁਦ ਇਤਿਹਾਸ ਦਾ ਸਟੂਡੈਂਟ ਹਾਂ, ਟੀਚਰ ਵੀ ਹਾਂ ਇਸ ਸਮੇਂ। ਮੈਂ ਮਹਿਸੂਸ ਕੀਤਾ ਕਿ ਇੱਕ ਤਰਤੀਬਬੱਧ ਤਰੀਕੇ ਨਾਲ ਇਤਿਹਾਸ ਦੀ ਜਾਣਕਾਰੀ ਜਦੋਂ ਹੋ ਜਾਂਦੀ ਹੈ ਤਾਂ ਸਾਰੀਆਂ ਗੁੰਝਲਾਂ ਸੁਲਝ ਜਾਂਦੀਆਂ, ਉਹ ਪੀੜ੍ਹੀ ਦੀ ਗੱਠ ਹੋ ਜਾਂਦੀ ਹੈ ਪੂਰੇ ਇਤਿਹਾਸ ਦੀ। ਤਾਂ ਮੈਂ ਜਦੋਂ ਖੁਦ MA ਹਿਸਟਰੀ ਹੈ ਮੈਂ ਜੀ, ਲੇਕਿਨ ਪੜ੍ਹਾਇਆ ਵੀ ਬੜੇ ਸਾਲ, ਪੜ੍ਹਾ ਵੀ ਰਿਹਾ ਇਸ ਸਮੇਂ, ਲੇਕਿਨ ਮੈਂ ਮਹਿਸੂਸ ਕੀਤਾ ਕਿ ਵਿਦਿਆਰਥੀਆਂ ਲਈ ਕੋਈ ਐਸੀ ਕਵਿਤਾ ਰਚੀਏ ਜਿਹੜੀ ਤਰਤੀਬ 'ਚ ਬਣਾਈ ਜਾ ਸਕੇ। ਥੋੜੇ ਸਮੇਂ 'ਚ ਸਾਰਾ ਇੱਕ ਰਿਵੀਜ਼ਨ ਨਹੀਂ ਹੁੰਦੀ ਸੀ ਅੱਗੇ, ਵੀ ਰਿਵਾਈਜ਼ ਹੋ ਜੇ, ਵੀ ਕੋਈ ਟੌਪਿਕ ਲਿਖ ਲੈਣੇ, ਸਵੇਰੇ ਪੇਪਰ ਜਾਣ ਤੋਂ ਪਹਿਲਾਂ ਇੱਕ ਵਾਰੀ ਨਿਗਾਹ ਮਾਰ ਲੈਣੀ, ਭਾਈ ਉਹ ਸਾਰਾ ਯਾਦ ਹੋ ਜਾਣਾ। ਮੈਂ ਕਹਿੰਦਾ ਵੀ ਦਰਸ਼ਕੋ ਨੋਟ ਕਰ ਲਿਓ, ਆਹ ਡਾਊਨਲੋਡ ਕਰਕੇ ਰੱਖ ਲਿਓ, ਭਾਵੇਂ ਜਾਂ ਸ਼ੇਅਰ ਕਰਕੇ ਰੱਖ ਲਿਓ, ਵੀ ਜਦੋਂ ਪੇਪਰ ਦੇ ਜਾਣਾ ਇੱਕ ਵਾਰੀ ਸਾਰੀ ਸੁਣ ਲਿਓ 5 ਮਿੰਟ 'ਚ, ਨਾਲੇ ਮਨ ਤਾਜ਼ਾ ਹੋ ਜੂ, ਨਾਲੇ ਰਿਵੀਜ਼ਨ ਹੋ ਜੂ। ਇੱਕ ਮੈਂ ਇੱਥੇ ਜਾਣਕਾਰੀ ਹੋਰ ਤੁਹਾਨੂੰ ਦੇ ਦੇਵਾਂ ਜੀ, ਇਹ ਮੈਂ 5-7 ਮਿੰਟ ਦੇ ਵਿੱਚ ਜਿਵੇਂ ਸੁਣਾਉਣ ਦੀ, ਜਾਂ 8 ਮਿੰਟ ਲੱਗੇ ਹੋਣਗੇ, 5 ਮਿੰਟ ਲੱਗੇ, ਮੈਨੂੰ ਨਹੀਂ ਪਤਾ, ਇਹ ਦਰਸ਼ਕ ਦੱਸਣਗੇ ਕਿੰਨਾ ਸਮਾਂ ਲੱਗਿਆ ਜੀ। ਇਹ ਵਿਆਖਿਆ ਦਾ ਥੋੜਾ ਪਾਰਟ ਹੈ ਜੀ। ਮੈਂ ਇਸ ਨੂੰ ਅੱਗੇ ਫਰਦਰ ਵੀ ਬਣਾਇਆ ਹੋਇਆ ਹੈ। ਜੇ ਇੰਡਸ ਵੈਲੀ ਸਿਵਲਾਈਜੇਸ਼ਨ ਤੇ ਕੰਮ ਕਰਨਾ ਹੈ ਤਾਂ ਇੰਡਸ ਵੈਲੀ ਸਿਵਲਾਈਜੇਸ਼ਨ ਦੀ 15 ਮਿੰਟ ਦੀ ਅਲੱਗ ਕਵਿਤਾ ਹੈ, ਉਹਦੇ ਚ ਵਿਆਖਿਆ ਸਿਰਫ ਇੰਡਸ ਵੈਲੀ ਸਿਵਲਾਈਜੇਸ਼ਨ ਦੀ ਹੈ। ਉਹ ਆਪਾਂ ਅੱਗੇ ਐਪੀਸੋਡ ਬਣਾਵਾਂਗੇ। ਵੈਸੇ ਮੈਂ ਤੁਹਾਨੂੰ ਦੱਸ ਰਿਹਾ ਜੀ, ਤਾਂ ਇਹ ਪੱਖ ਜਿਹੜਾ ਹੈ ਬੜਾ ਸ਼ਾਰਟ ਦੇ ਵਿੱਚ ਇੱਕ ਰੈਡੀ ਰੈਕਨਰ ਤੁਹਾਡੇ ਸਾਹਮਣੇ ਪੇਸ਼ ਕੀਤਾ ਮੈਂ ਜੀ। 26 ਮਿੰਟ ਦੇ ਵਿੱਚ ਜੇਕਰ ਅਸੀਂ ਇਹਨੂੰ ਰਿਕਾਰਡ ਕਰੀਏ ਤਾਂ ਹੋਰ ਵੀ ਵਿਆਖਿਆ ਮੈਂ ਕਰ ਸਕਦਾ, ਉਹ ਕਿਉਂਕਿ ਮੈਂ ਖੁਦ ਹੀ ਲਿਖਿਆ, ਖੁਦ ਹੀ ਪੜ੍ਹਾਇਆ ਤੇ ਖੁਦ ਹੀ ਇਸ ਨੂੰ ਤਿਆਰ ਕੀਤਾ, ਇਸ ਕਰਕੇ ਮੈਨੂੰ ਉਹਦੇ 'ਚ ਵੀ ਪ੍ਰੋਬਲਮ ਨਹੀਂ ਹੈ। ਲੇਕਿਨ ਮੈਂ ਦਰਸ਼ਕਾਂ ਦੇ ਸਮੇਂ ਦਾ ਧਿਆਨ ਰੱਖ ਕੇ, ਤੁਹਾਡੇ ਸਮੇਂ ਦਾ ਧਿਆਨ ਰੱਖ ਕੇ ਇਹਨੂੰ ਸ਼ਾਰਟ ਕੀਤਾ। ਉਹ ਅਲੱਗ-ਅਲੱਗ ਆਪਾਂ ਪਾਰਟ ਬਣਾਵਾਂਗੇ, ਇਹਦੇ ਬਣਾਉਂਦੇ ਜਾਵਾਂਗੇ, ਤੁਹਾਨੂੰ ਮਿਲਦੇ ਰਹਾਂਗੇ। ਆਏ ਆ ਨਾ, ਫਿਰ ਜੇ ਸਾਰਾ ਕੁਝ ਤੁਸੀਂ ਖਜ਼ਾਨਾ ਖੋਲਤਾ ਤੇ ਫਿਰ ਤੁਹਾਡੀ ਅਗਲੀ ਮੁਲਾਕਾਤ ਕਿਵੇਂ ਹੋਊਗੀ? ਸਾਡੇ ਕੋਲ ਵਾਰੇ-ਵਾਰੇ ਆਉਣ ਦਾ ਵੀ ਸਬੱਬ ਚਾਹੀਦਾ। ਪਤਾ ਕੀ ਹੈ ਜੀ, ਆਪਣੇ ਵਰਗੇ ਜਿਨ੍ਹਾਂ ਨਾਲ ਕਰੂਰਾ ਮਿਲਦਾ, ਪੰਜਾਬੀ 'ਚ ਕਹਿੰਦੇ ਬੜੀ ਮੁਸ਼ਕਲ ਨਾਲ ਲੋਕ ਮਿਲਦੇ ਆ। ਹਰਪ੍ਰੀਤ ਸਿੱਧੂ ਜੀ ਜਿਹੜੇ ਕਿ ਬਹੁਤ ਵੱਡਾ ਕੰਮ ਕਰ ਰਹੇ ਆ ਪੂਰੇ ਪੰਜਾਬ ਦੇ ਲਈ, ਪੂਰੇ ਭਾਰਤ ਵਰਸ਼ ਦੇ ਲਈ। ਇਤਿਹਾਸ ਦਾ ਬੀੜਾ ਚੱਕਿਆ ਹੋਇਆ ਇਹਨਾਂ ਨੇ, ਉਹ ਚੀਜ਼ਾਂ ਦਿਖਾ ਰਹੇ ਨੇ ਜਿਹੜੀ ਅਨਫੋਲਡ ਹਿਸਟਰੀ ਹੈ, ਜਿਹੜੀ ਕਿਤਾਬਾਂ ਦੇ ਵਿੱਚ ਵੀ ਦਰਜ ਨਹੀਂ ਹੋਈ। ਜਦੋਂ ਉਹ ਚੀਜ਼ਾਂ ਦਿਖਾਉਂਦੇ ਨੇ, ਪਿੱਛੇ ਤੁਹਾਡੇ ਜਿਹੜੇ ਦਿੱਲੀ ਦੇ ਵਲੌਗਸ ਜਿਹੜੇ ਖਾਸ ਤੌਰ ਤੇ ਮੈਂ ਦੇਖੇ, ਤਾਂ ਜਿਹੜੀਆਂ ਇਹ ਚੀਜ਼ਾਂ ਤੁਸੀਂ ਦਿਖਾਉਂਦੇ ਹੋ, ਤਾਂ ਇਸ ਕਰਕੇ ਮੈਂ ਸੋਚਿਆ ਕਿ ਇਸ ਨੂੰ ਪਹਿਲੀ ਵਾਰ ਇੱਕ ਐਸੇ ਸ਼ਖਸ ਦੇ ਚੈਨਲ ਤੇ ਮੈਂ ਡੈਡੀਕੇਟ ਕਰਨਾ ਹੈ, ਇਸ ਨੂੰ ਰਿਲੀਜ਼ ਕਰਨਾ ਹੈ ਜਿਨ੍ਹਾਂ ਦੇ ਜਿਹੜੇ ਸਬਸਕ੍ਰਾਈਬਰਸ ਹੈ ਉਹ ਇੰਟਰਸਟ ਰੱਖਦੇ ਹੋਣ, ਤਾਂ ਹੀ ਮੈਂ ਤੁਹਾਡੇ ਨਾਲ ਰਾਬਤਾ ਕਾਇਮ ਕੀਤਾ। ਮਿਹਰਬਾਨੀ ਸਰ, ਤੁਸੀਂ ਸਮਾਂ ਦਿੱਤਾ, ਇਹ ਤੁਹਾਡਾ ਵੱਡਾ ਪੜਨਾ, ਤੁਸੀਂ ਸਟੂਡੈਂਟ ਨੂੰ ਆਪਦੇ ਨੂੰ ਸਮਾਂ ਦਿੱਤਾ। ਨਹੀਂ, ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਸਰ, ਧੰਨਵਾਦ ਤੁਹਾਡਾ, ਤੁਸੀਂ ਸਮਾਂ ਦਿੱਤਾ, ਮਿਹਰਬਾਨੀ। ਸੋ ਦਰਸ਼ਕੋ, ਅਗਲੀ ਵਾਰੀ ਹੋਰ ਕੀ ਨਵਾਂ ਵਿਸ਼ਾ ਲੈ ਕੇ ਮਿਲਾਂਗੇ। ਬਹੁਤ ਕੁਛ ਖਜ਼ਾਨਾ ਇਹਨਾਂ ਕੋਲੇ ਕਵਿਤਾਵਾਂ ਦਾ ਭੰਡਾਰ ਬਥੇਰਾ ਪਿਆ ਵਾ। YouTube ਚੈਨਲ ਵੀ ਹੈ ਸਰ ਦਾ, ਸਰ ਨਾਮ ਦੱਸ ਦਿਓ ਜੀ ਇੱਕ ਵਾਰੀ। ਨਾਮ ਹੈ ਜੀ ਬੱਲੇ ਬੱਲੇ ਫਿਲਮਸ ਐਂਡ ਰਿਕਾਰਡਸ। ਉਹ ਸਬਸਕ੍ਰਾਈਬ ਵੀ ਕਰ ਸਕਦੇ, ਉੱਥੇ ਵੀ ਇਸ ਏਰੀਏ ਤੇ ਮੈਂ ਕਹਿੰਦਾ ਵੀ ਇਸ ਵੇਲੇ ਦੇ ਹਲਕਾ ਇੰਚਾਰਜ ਜੀ ਮੱਲੋਂ ਕਿ ਉਹ ਕਰ ਰਹੇ, ਸਾਰਾ ਵਰਕ ਕਰ ਰਹੇ, ਸਰਚਾਂ ਕਰ ਰਹੇ ਨੇ। ਅਸੀਂ ਜ਼ਿਆਦਾ ਰੋਪੜ ਜ਼ਿਲ੍ਹੇ ਤੇ ਹਜੇ ਨੇੜੇ ਕੰਮ ਕਰ ਰਹੇ ਹਾਂ। ਬੀਇੰਗ ਟੀਚਰ ਥੋੜਾ ਜਿਹਾ ਮੇਰੇ ਰੁਝੇਵੇਂ ਜ਼ਿਆਦਾ, ਪਰ ਫਿਰ ਵੀ ਮੈਂ ਹੁਣ ਟੀਚਰ ਤੋਂ ਯੂਟਿਊਬਰ ਬਣਦਾ ਜਾ ਰਿਹਾ ਤੁਹਾਡੇ ਤੋਂ ਮੋਟੀਵੇਸ਼ਨ ਲੈ ਕੇ। ਲਾਜ਼ਮੀ ਸਰ, ਲਾਜ਼ਮੀ। ਸੋ ਦਰਸ਼ਕੋ, ਮਿਲਦੇ ਹਾਂ ਅਗਲੀ ਵਾਰੀ ਨਵਾਂ ਵਿਸ਼ਾ ਲੈ ਕੇ।